सत श्री अकाल दोस्तों, मैं हिमांशु अग्रवाल वधीक डिप्टी कमिश्नर ਅੰਮ੍ਰਿਤਸਰ ਅੱਜ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ। ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕੋਵਿਡ-19 ਦੀ ਜੋ ਸਥਿਤੀ ਹੈ ਉਹ ਸਾਂਝੀ ਕਰਨ ਲਈ। ਦੋਸਤੋ, ਤੁਹਾਨੂੰ ਪਤਾ ਹੈ ਪਿਛਲੇ ਕਾਫੀ ਦਿਨਾਂ ਤੋਂ ਕੋਵਿਡ-19 ਦੇ ਜਿਹੜੇ ਕੇਸ ਹੈਗੇ ਜ਼ਿਲ੍ਹੇ ਦੇ ਵਿੱਚ ਕਾਫੀ ਵਧੇ ਨੇ। ਕੱਲ ਦੀ ਜਿਹੜੀ ਰਿਪੋਰਟ ਸਾਡੇ ਕੋਲ ਆਈ ਹੈ ਉਹਦੇ ਵਿੱਚ ਸਾਡੇ 445 ਜਿਹੜੇ ਕੇਸ ਨੇ ਪੋਜ਼ਿਟਿਵ ਆਏ ਨੇ, ਜਿਹਦੇ ਨਾਲ ਹੁਣ ਜ਼ਿਲ੍ਹੇ ਦੇ ਐਕਟਿਵ ਕੇਸ ਲਗਭਗ 5892 ਸਾਡੇ ਜ਼ਿਲ੍ਹੇ ਦੇ ਐਕਟਿਵ ਕੇਸ ਕੋਵਿਡ-19 ਦੇ ਹੋ ਗਏ ਨੇ। ਕੱਲ ਕੋਵਿਡ ਨਾਲ 17 ਮੌਤਾਂ ਜ਼ਿਲ੍ਹੇ ਦੇ ਵਿੱਚ ਹੋਈਆਂ ਨੇ। ਦੋਸਤੋ, ਤੁਹਾਨੂੰ ਕਈ ਵਾਰੀ ਅਸੀਂ ਇਸ ਬਾਰੇ ਦੱਸ ਚੁੱਕੇ ਹਾਂ ਐਂਡ 1 ਸਾਲ ਤੋਂ ਅਸੀਂ ਇਹ ਕੋਵਿਡ-19 ਦੀ ਜਿਹੜੀ ਜੰਗ ਲੜ ਰਹੇ ਹਾਂ। ਕਈ ਵਾਰੀ ਆਪਾਂ ਨੂੰ ਇੱਥੇ ਲਾਕਡਾਊਨ ਵੀ ਲਾਉਣਾ ਪਿਆ, ਪਰ ਕੋਵਿਡ-19 ਦੀ ਜਿਹੜੀ ਰਫ਼ਤਾਰ ਹੈ ਉਹ ਹਜੇ ਤੱਕ ਪੂਰੀ ਤਰ੍ਹਾਂ ਥਮੀ ਨਹੀਂ ਹੈ। ਇਹਨੂੰ ਚੰਗੀ ਤਰ੍ਹਾਂ ਰੋਕਣ ਲਈ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ। ਪਿਛਲੇ ਦਿਨੀ ਜਦੋਂ ਪ੍ਰਸ਼ਾਸਨ ਵੱਲੋਂ ਕੋਵਿਡ ਲਾਕਡਾਊਨ ਦੇ ਆਰਡਰ ਕੱਢੇ ਗਏ ਸੀਗੇ, ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਜ਼ਿਲ੍ਹੇ ਦੀ ਸਾਰੀ ਦੁਕਾਨਾਂ ਇੱਕ ਦਿਨ ਲੈਫਟ ਸਾਈਡ ਤੇ ਇੱਕ ਦਿਨ ਰਾਈਟ ਸਾਈਡ ਤੇ ਖੁੱਲ੍ਹੀਆਂ ਹੈਗੀਆਂ। ਉਹਦੇ ਵਿੱਚ ਕਾਫੀ ਲੋਕਾਂ ਨੇ ਸਾਡਾ ਸਹਿਯੋਗ ਵੀ ਕੀਤਾ, ਬਟ ਕਾਫੀ ਥਾਂ ਤੇ ਕਾਫੀ ਮਾਰਕੀਟਾਂ 'ਚ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਇਹ ਜਿਹੜੇ ਨਿਯਮ ਸੀ ਲਾਗੂ ਕਰਵਾਉਣੇ ਪਏ। ਦੋਸਤੋ, ਇਹ ਨਿਯਮ ਲਾਗੂ ਕਰਵਾਉਣ 'ਚ ਸਖਤੀ ਕਰਨਾ ਅਸੀਂ ਬਿਲਕੁਲ ਨਹੀਂ ਚਾਹੁੰਦੇ। ਸਾਡੇ ਬਿਲਕੁਲ ਵੀ ਨਹੀਂ ਹੈਗਾ ਕਿ ਅਸੀਂ ਤੁਹਾਡੇ ਨਾਲ ਕੋਈ ਸਖਤੀ ਕਰਨੀ ਪਏ। ਇਹ ਤੁਹਾਨੂੰ ਪਤਾ ਹੈ ਕਿ ਤੁਹਾਡੇ ਹੀ ਭਲੇ ਲਈ ਇਹ ਜਿਹੜੇ ਨਿਯਮ ਬਣਾਏ ਜਾਂਦੇ ਨੇ, ਇਹ ਹੁਕਮ ਜਿਹੜੇ ਜਾਰੀ ਕੀਤੇ ਜਾਂਦੇ ਨੇ। ਅਸੀਂ ਤੁਹਾਡੇ ਤੋਂ ਪੂਰੀ ਆਸ ਕਰਦੇ ਹਾਂ ਕਿ ਜਿੱਥੇ ਇੱਕ ਥਾਂ ਸਾਡੇ ਜਿਹੜੇ ਕੋਵਿਡ ਵਾਰੀਅਰ ਨੇ, ਸਾਡੇ ਸਾਰੀ ਮੈਡੀਕਲ ਫਰੈਟਰਨਿਟੀ ਹੈ, ਸਾਡੇ ਡਾਕਟਰ, ਸਾਡੇ ਨਰਸਿਸ, ਸਾਡੇ ਵਾਰਡ ਅਟੈਂਡੈਂਟ, ਸਾਡੇ ਜਿਹੜੇ ਦਰਜਾ 4 ਕਰਮਚਾਰੀ ਕੋਵਿਡ ਵਾਰਡ ਦੇ ਵਿੱਚ ਪੀਪੀ ਕਿੱਟਾਂ ਪਾ ਕੇ ਗਰਮੀ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਪਏ ਨੇ, ਕੋਵਿਡ-19 ਦੇ ਮਰੀਜ਼ਾਂ ਨੂੰ ਠੀਕ ਕਰਦੇ ਪਏ ਨੇ। ਸਾਡੇ ਜਿਹੜੇ ਪੁਲਿਸ ਤੇ ਸਿਵਲ ਦੇ ਮੁਲਾਜ਼ਮ ਹੈਗੇ ਆਪਣੀ ਰਾਤਾਂ ਖਰਾਬ ਕਰਕੇ 24 ਘੰਟੇ ਕੋਵਿਡ ਦੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ। ਅਸੀਂ ਤੁਹਾਡੇ ਤੋਂ ਸਿਰਫ ਇੱਕ ਹੀ ਉਮੀਦ ਕਰਦੇ ਹਾਂ ਕਿ ਜੋ ਵੀ ਕੋਈ ਤੁਹਾਨੂੰ ਹਦਾਇਤਾਂ, ਤੁਹਾਨੂੰ ਹੁਕਮ, ਤੁਹਾਨੂੰ ਸਲਾਹ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ, ਜਿਹੜੇ ਸਾਡੇ ਮੈਡੀਕਲ ਸਪੈਸ਼ਲਿਸਟ ਹੈ ਉਹਨਾਂ ਨੂੰ ਪੁੱਛ ਕੇ ਜਦੋਂ ਇਹ ਹਦਾਇਤਾਂ ਆਪਾਂ ਜਾਰੀ ਕਰਦੇ ਹਾਂ ਉਹਨਾਂ ਦੀ ਪਾਲਣਾ ਕੀਤੀ ਜਾਵੇ। ਸਾਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਨਹੀਂ ਹੈ ਕਿ ਵੀ ਤੁਹਾਡੇ ਨਾਲ ਸਖਤੀ ਕਰਨੀ ਹੈ ਜਾਂ ਮਾਰਕੀਟਾਂ ਜਬਰਨ ਬੰਦ ਕਰਵਾਉਣੀ ਹੈ, ਪਰ ਕੋਵਿਡ-19 ਨੂੰ ਠੱਲ ਪਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਹੁਕਮਾਂ ਦੇ ਵਿੱਚ ਤੁਹਾਡਾ ਸਹਿਯੋਗ ਮਿਲੇ। ਤੇ ਇਸ ਕਰਕੇ ਜਿਹੜੇ ਪ੍ਰਸ਼ਾਸਨ ਵੱਲੋਂ, ਡੀਸੀ ਸਾਹਿਬ ਵੱਲੋਂ ਆਰਡਰ ਜਾਰੀ ਹੋਏ ਨੇ ਕਿ ਆਪਾਂ ਕਿਸ ਤਰ੍ਹਾਂ ਦੁਕਾਨਾਂ ਖੋਲ੍ਹਣੀਆਂ ਹੈ, ਆਰਡਰਾਂ ਦੇ ਵਿੱਚ ਪੂਰੀ ਤਰ੍ਹਾਂ ਸਪਸ਼ਟ ਹੈ। ਇਹਦੇ ਲਈ ਡੀਸੀ ਸਾਹਿਬ ਦੀ ਇੱਕ ਵੀਡੀਓ ਵੀ ਜਿਹੜੀ ਪਿੱਛੇ ਅਸੀਂ ਪਾਈ ਸੀਗੀ ਉਹਦੇ ਵਿੱਚ ਵੀ ਕਲੀਅਰ ਹੈ। ਜਿਹੜੀ ਤਾਂ ਕੈਮਿਸਟ ਦੀ ਦੁਕਾਨਾਂ ਤੇ ਸਾਡੇ ਜਿਹੜੇ ਪੈਰੀਸ਼ੇਬਲ ਆਈਟਮਸ ਹੈ, ਕੋਈ ਫਰੂਟਸ ਹੈ, ਕੋਈ ਵੈਜੀਟੇਬਲ ਹੈ, ਦੁੱਧ ਦੇ ਉਤਪਾਦ ਹੈ, ਪੋਲਟਰੀ ਹੈ, ਮੀਟ ਹੈ, ਇਹ ਆਪਾਂ ਸਾਰਾ ਦਿਨ ਖੋਲ੍ਹ ਸਕਦੇ ਹੈਗੇ। ਪਰ ਬਾਕੀ ਸਾਰੀ ਦੁਕਾਨਾਂ ਜਿਹੜੀਆਂ ਉਹ ਸੋਮਵਾਰ ਤੋਂ ਸ਼ੁੱਕਰਵਾਰ ਇੱਕ ਦਿਨ ਰਾਈਟ ਇੱਕ ਦਿਨ ਲੈਫਟ ਕਰਕੇ ਖੁੱਲ੍ਹਣਗੀਆਂ। ਜਿੱਥੇ ਇਹ ਸਿਸਟਮ ਲਾਗੂ ਨਹੀਂ ਹੋ ਸਕਦਾ ਉੱਥੇ 50% ਕਪੈਸਿਟੀ ਦੇ ਵਿੱਚ ਉਹ ਮਾਰਕੀਟਾਂ ਦੇ ਵਿੱਚ, ਕਲਸਟਰ ਮਾਰਕੀਟ ਦੇ ਵਿੱਚ ਇਹ ਦੁਕਾਨਾਂ ਖੁੱਲ੍ਹਣਗੀਆਂ। ਇੱਕ ਸਪਸ਼ਟ ਗੱਲ ਹੈ, ਮੇਰੀ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਨੂੰ ਆਪਾਂ ਜ਼ਰੂਰ ਫੋਲੋ ਕਰੀਏ। ਦੋਸਤੋ, ਕੋਵਿਡ-19 ਦੇ ਜਿਹੜੇ ਮਰੀਜ਼ ਆਪਣੇ ਅੰਮ੍ਰਿਤਸਰ ਦੇ ਵਿੱਚ ਆ ਰਹੇ ਨੇ ਉਹਨਾਂ ਲਈ ਸਰਕਾਰ ਵੱਲੋਂ ਕੁੱਲ 37 ਹਸਪਤਾਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹਨਾਂ ਦਾ ਇਲਾਜ ਕਰਨ ਲਈ, ਜਿਹਦੇ ਵਿੱਚ ਸਭ ਤੋਂ ਵੱਧ ਮਰੀਜ਼ ਇਸ ਵੇਲੇ ਜ਼ਿਲ੍ਹੇ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਹੈ। ਪਿਛਲੇ ਦਿਨ ਅਖਬਾਰਾਂ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਹੈ ਕਿ ਕਾਫੀ ਆਕਸੀਜਨ ਦਾ ਰੌਲਾ ਪਿਆ ਸੀ ਕਿ ਆਕਸੀਜਨ ਦੀ ਘਾਟ ਹੈ। ਜਦੋਂ ਇਹ ਮੁੱਦਾ ਉਠਾਇਆ ਗਿਆ ਸੀਗਾ ਤੇ ਸਰਕਾਰ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਐਂਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਕਾਫੀ ਉਪਰਾਲੇ ਕੀਤੇ ਗਏ ਨੇ। ਇਸ ਵੇਲੇ ਜਿੰਨੇ ਵੀ ਮਰੀਜ਼ ਭਰਤੀ ਨੇ, ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਸਾਰੇ ਮਰੀਜ਼ਾਂ ਨੂੰ ਜਿੰਨੀ ਉਹਨਾਂ ਨੂੰ ਆਕਸੀਜਨ ਰਿਕੁਆਇਰਡ ਹੈ ਉਹ ਪਹੁੰਚੀ ਜਾਵੇ। ਐਂਡ ਪਿਛਲੇ ਕਾਫੀ ਦਿਨਾਂ ਤੋਂ ਸਾਰੇ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਸਪਲਾਈ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪਰ ਫਿਰ ਵੀ ਮੇਰੀ ਤੁਹਾਨੂੰ ਇੱਕ ਬੇਨਤੀ ਇਹ ਹੈ ਕਿ ਜਦੋਂ ਵੀ ਕੋਈ ਮਰੀਜ਼ ਕਿਸੇ ਹਸਪਤਾਲ ਦੇ ਵਿੱਚ ਦਾਖਲ ਹੋਣ ਲਈ ਜਾਂਦਾ ਹੈ
ਤੇ ਕਿਸੇ ਹਸਪਤਾਲ ਵੱਲੋਂ ਆਕਸੀਜਨ ਦੀ ਕਮੀ ਕਰਕੇ ਜਾਂ ਬੈੱਡ ਦੀ ਕਮੀ ਕਰਕੇ ਉਸ ਨੂੰ ਮੋੜ ਦਿੱਤਾ ਜਾਂਦਾ ਹੈ। ਤਾਂ ਸਾਡੇ ਜਿਹੜੇ ਕੰਟਰੋਲ ਰੂਮ ਦੇ ਨੰਬਰ ਹੈ ਉੱਥੇ ਜ਼ਰੂਰ ਸਾਨੂੰ ਨੋਟ ਕਰਾਓ ਕਿ ਕਿਹੜੇ ਹਸਪਤਾਲ ਦੇ ਵਿੱਚ ਬੈੱਡ ਜਾਂ ਆਕਸੀਜਨ ਦੀ ਕਮੀ ਕਰਕੇ ਉਹਨਾਂ ਨੂੰ ਮੋੜਿਆ ਗਿਆ ਹੈ, ਅਤੇ ਬਿਨਾਂ ਕਿਸੇ ਦੇਰੀ ਦੇ ਬਿਨਾਂ ਕਿਸੇ ਇੰਤਜ਼ਾਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਉਸ ਮਰੀਜ਼ ਨੂੰ ਜ਼ਰੂਰ ਭਰਤੀ ਕਰਵਾਓ। ਅਸੀਂ ਇਹ ਪੂਰੀ ਕੋਸ਼ਿਸ਼ ਕਰਦੇ ਹਾਂ, ਪੂਰੀ ਆਸ ਰੱਖਦੇ ਹਾਂ ਕਿ ਉਸ ਮਰੀਜ਼ ਨੂੰ ਬੈੱਡ ਜ਼ਰੂਰ ਮਿਲੂਗਾ ਅਤੇ ਉਸ ਮਰੀਜ਼ ਦਾ ਬਹੁਤ ਚੰਗੀ ਤਰ੍ਹਾਂ ਇਲਾਜ ਜਿਹੜਾ ਹੈ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ, ਉੱਥੇ ਮੌਜੂਦ ਡਾਕਟਰਾਂ ਵੱਲੋਂ ਕਰਵਾਇਆ ਜਾਵੇਗਾ। ਸੋ ਬੈੱਡ ਜਾਂ ਆਕਸੀਜਨ ਦੀ ਕਮੀ ਕਰਕੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਮਰੀਜ਼ ਨੂੰ ਨਹੀਂ ਮੋੜਿਆ ਜਾਵੇਗਾ, ਇਹਦੀ ਅਸੀਂ ਪੂਰੀ ਤਿਆਰੀ ਕਰ ਰੱਖੀ ਹੈਗੀ। ਇਸ ਤੋਂ ਇਲਾਵਾ ਜਦੋਂ ਆਪਾਂ ਸੈਂਪਲ ਦੇਣ ਜਾਂਦੇ ਹਾਂ, ਜ਼ਿਲ੍ਹੇ ਦੇ ਵਿੱਚ ਕੁੱਲ 89 ਸਾਡੇ ਸੈਂਪਲ ਕਲੈਕਸ਼ਨ ਸੈਂਟਰਸ ਵੱਖ-ਵੱਖ ਹੈਲਥ ਕੇਂਦਰਾਂ ਦੇ ਵਿੱਚ ਬਣੇ ਹੋਏ। ਇਸ ਤੋਂ ਇਲਾਵਾ ਹੈਲਥ ਵਿਭਾਗ ਵੱਲੋਂ 3 ਮੋਬਾਈਲ ਸੈਂਪਲਿੰਗ ਟੀਮਾਂ ਜ਼ਿਲ੍ਹੇ ਦੇ ਵਿੱਚ ਵਿਚਰਦੀਆਂ ਨੇ, ਜਿਹੜੇ ਵੱਖ-ਵੱਖ ਥਾਵਾਂ ਤੇ ਸੈਂਪਲ ਕਲੈਕਟ ਕਰਦੀਆਂ ਨੇ। ਕੁਝ ਸਾਨੂੰ ਕੇਸ ਧਿਆਨ ਦੇ ਵਿੱਚ ਆਏ ਸੀਗੇ ਕਿ ਲੋਕਾਂ ਨੇ ਸਾਨੂੰ ਦੱਸਿਆ, ਸਾਡੇ ਕੰਟਰੋਲ ਰੂਮ ਨੰਬਰਾਂ ਤੇ ਹੈਲਪਲਾਈਨ ਨੰਬਰਾਂ ਤੇ ਦੱਸਿਆ ਕਿ ਅਸੀਂ ਸੈਂਪਲ ਲਿਆ ਸੀ, ਦਿੱਤਾ ਸੀਗਾ, ਪਰ ਸਾਨੂੰ ਸਾਡੀ ਰਿਪੋਰਟ ਪ੍ਰਾਪਤ ਨਹੀਂ ਹੋਈ। ਦੋਸਤੋ, ਉਹ ਜਦੋਂ ਕੇਸ ਅਸੀਂ ਚੈੱਕ ਕਰਵਾਏ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੇਸ ਨੈਗੇਟਿਵ ਹੁੰਦੇ ਨੇ ਉਹਦੇ ਵਿੱਚ ਕਈ ਵਾਰੀ ਉਹ ਜਿਹੜਾ ਡਾਟਾ ਹੈਗਾ, ਉਹ ਮੋਬਾਈਲ ਤੇ ਮੈਸੇਜ ਹੈਗਾ ਜਾਂ ਇਨਫੋਰਮੇਸ਼ਨ ਨਹੀਂ ਪਹੁੰਚ ਪਾਉਂਦੀ। ਉਹ ਜਿਹੇ ਸਾਰੇ ਕੇਸ ਨੈਗੇਟਿਵ ਮਿਲੇ ਸੀਗੇ। ਪਰ ਜੇ ਤੁਹਾਨੂੰ 2-3 ਦਿਨਾਂ ਦੇ ਵਿੱਚ ਆਪਣੀ ਰਿਪੋਰਟ, ਅਸੀਂ ਕੋਸ਼ਿਸ਼ ਕਰਦੇ ਹਾਂ 24 ਘੰਟੇ 'ਚ ਤੁਹਾਨੂੰ ਆਪਣੀ ਰਿਪੋਰਟ ਜਿਹੜੀ ਹੈ ਪ੍ਰਾਪਤ ਹੋ ਜਾਵੇ, ਤੁਹਾਡੇ ਮੋਬਾਈਲ ਤੇ ਮੈਸੇਜ ਆ ਜਾਵੇ। ਪਰ ਜੇ ਤੁਹਾਨੂੰ 2 ਦਿਨ ਜਾਂ 3 ਦਿਨ ਲੰਘਣ ਤੋਂ ਬਾਅਦ ਰਿਪੋਰਟ ਨਹੀਂ ਆਉਂਦੀ, ਤੁਸੀਂ ਆਪਣੇ ਜਿਹੜੇ ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਨੇ ਜਾਂ ਹੈਲਥ ਡਿਪਾਰਟਮੈਂਟ ਦਾ ਵੀ ਹੈਲਪਲਾਈਨ ਜਿਹੜਾ ਨੰਬਰ ਹੈਗਾ, ਉਹਦੇ ਵਿੱਚ ਇਹ ਨੋਟ ਕਰਵਾ ਸਕਦੇ ਹੋ ਕਿ ਮੈਂ ਫਲਾਣੀ ਥਾਂ ਤੇ ਸੈਂਪਲ ਦਿੱਤਾ ਸੀ ਤੇ ਮੇਰੀ ਰਿਪੋਰਟ ਨਹੀਂ ਆਈ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਜੋ ਵੀ ਰਿਪੋਰਟ ਹੋਊਗੀ ਤੁਹਾਨੂੰ ਉਹ ਦੱਸੀ ਜਾਵੇ ਕਿ ਤੁਹਾਡੀ ਕੀ ਰਿਪੋਰਟ ਆਈ ਹੈ। ਪਰ ਜਦੋਂ ਵੀ ਤੁਹਾਨੂੰ ਕੋਈ ਵੀ ਘਰਾਂ 'ਚ ਬੈਠੇ ਕੋਈ ਸਿੰਪਟਮ ਆ ਰਿਹਾ ਹੈਗਾ, ਕੋਈ ਖੰਘ, ਬੁਖਾਰ, ਕੋਈ ਜ਼ੁਕਾਮ, ਕੁਝ ਤੁਹਾਨੂੰ ਲੱਗਦਾ ਹੈ ਕਿ ਹਾਂ ਜੀ ਮੈਨੂੰ ਕੋਵਿਡ ਹੋ ਸਕਦਾ ਹੈਗਾ, ਤੇ ਆਪਣਾ ਸੈਂਪਲ ਤੁਸੀਂ ਆਪਣੇ ਨਜ਼ਦੀਕੀ ਸੈਂਪਲ ਕਲੈਕਸ਼ਨ ਸੈਂਟਰ ਤੇ ਜ਼ਰੂਰ ਦੇ ਕੇ ਆਓ। ਇਸ ਤੋਂ ਇਲਾਵਾ ਇੱਕ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀਗਾ, ਉਹ ਰਿਗਾਰਡਿੰਗ ਵੈਕਸੀਨੇਸ਼ਨ। ਤੁਹਾਨੂੰ ਪਤਾ ਹੈ, ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਣਾ ਹੈ ਕਿ ਵੈਕਸੀਨੇਸ਼ਨ ਦੀ ਇਸ ਵੇਲੇ ਘਾਟ ਚੱਲਦੀ ਪਈ ਹੈ, ਪਰ ਫਿਰ ਵੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਲਗਭਗ ਰੋਜ਼ 3000 ਤੋਂ ਲੈ ਕੇ 5000 ਦੇ ਵਿੱਚ ਵੈਕਸੀਨ ਦੀ ਡੋਸਿਸ ਕੋਸ਼ਿਸ਼ ਕਰਕੇ ਦਿੱਤੀਆਂ ਜਾ ਰਹੀਆਂ ਨੇ। ਪਿਛਲੇ ਦਿਨੀ 1 ਮਈ ਤੋਂ 18 ਸਾਲ ਤੋਂ 45 ਸਾਲ ਤੋਂ ਘੱਟ ਜਿਹੜੇ ਵਿਅਕਤੀ ਸੀ ਉਹਨਾਂ ਦੀ ਵੈਕਸੀਨੇਸ਼ਨ ਦੀ ਗੱਲ ਸ਼ੁਰੂ ਹੋਣ ਦੀ ਗੱਲ ਹੋਈ ਸੀ। ਪਰ ਹੁਣ ਜਿਹੜੀ ਸਰਕਾਰ ਦੀ ਪਾਲਿਸੀ ਆਈ ਹੈ ਉਹਦੇ ਵਿੱਚ ਜਿਹੜੇ ਸਾਡੀ ਲੇਬਰ ਕਲਾਸ ਹੈ, ਜਿਹੜੀ 18 ਸਾਲ ਤੋਂ 45 ਸਾਲ ਤੋਂ ਘੱਟ ਹੈ, ਪਹਿਲਾਂ ਉਹਨਾਂ ਨੂੰ ਵੈਕਸੀਨ ਦੀ ਡੋਜ਼ ਲਵਾਈ ਜਾ ਰਹੀ ਹੈ। ਪਰ ਕਿਉਂਕਿ 1 ਮਈ ਦਾ ਮੈਸੇਜ ਪਹਿਲਾਂ ਲੱਗ ਚੁੱਕਿਆ ਸੀਗਾ, ਇਹ ਧਿਆਨ 'ਚ ਆਇਆ ਹੈਗਾ ਕਿ ਹਜੇ ਕਈ ਜਿਹੜੇ 18 ਤੋਂ 45 ਸਾਲ ਵਾਲੇ ਵਿਅਕਤੀ ਨੇ, ਸਾਡੇ ਜਿਹੜੇ ਵੈਕਸੀਨੇਸ਼ਨ ਸੈਂਟਰ ਨੇ, ਉੱਥੇ ਜਾ ਕੇ ਵੈਕਸੀਨ ਲੱਗਣ ਦੀ ਉਮੀਦ 'ਚ ਜਾ ਰਹੇ ਨੇ। ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਆਪਾਂ ਵੈਕਸੀਨੇਸ਼ਨ ਸੈਂਟਰ ਤੇ ਇੰਨੀ ਭੀੜ ਇਕੱਠੀ ਕਰ ਲੈਂਦੇ ਆ ਤੇ ਹੋ ਸਕਦਾ ਹੈਗਾ ਉੱਥੇ ਇੰਨੇ ਲੋਕਾਂ ਕਰਕੇ ਕਰੋਨਾ ਦਾ ਜਿਹੜਾ ਇਨਫੈਕਸ਼ਨ ਹੈ ਉਹ ਹੋ ਜਾਵੇ। ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਆਪਣੀ ਵੈਕਸੀਨ ਲਵਾਉਣ ਜਾਂਦੇ ਹੋ, ਆਪਣਾ ਜਿਹੜੇ ਆਪਣੇ ਕੋਵਿਡ ਐਪਰੋਪਰੀਏਟ ਬਿਹੇਵੀਅਰ ਹੈ, ਭਾਵੇਂ ਉਹ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ, ਭਾਵੇਂ ਮਾਸਕ ਪਾ ਕੇ ਰੱਖਣਾ ਹੈ, ਭਾਵੇਂ ਹੱਥ ਸੈਨੀਟਾਈਜ਼ ਰੱਖਣਾ ਹੈਗਾ, ਉਹਦਾ ਜ਼ਰੂਰ ਪਾਲਣਾ ਕਰੋ। ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਉੱਥੇ ਸੈਂਟਰ ਤੇ ਜਾਣ ਤੋਂ ਪਹਿਲਾਂ ਆਪਣੀ ਕੋਵਿਨ ਐਪ ਦੇ ਵਿੱਚ ਰਜਿਸਟ੍ਰੇਸ਼ਨ ਜ਼ਰੂਰ ਕਰਾਓ, ਕਿਉਂਕਿ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੇ ਵਾਕ ਇਨ ਰਜਿਸਟ੍ਰੇਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋ, ਉੱਥੇ ਬੰਦੇ ਉਨੇ ਹੀ ਹੁੰਦੇ ਨੇ, ਉਹ ਸਾਰਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰ ਸਕਦੇ। ਉੱਥੇ ਜਿੰਨਾ ਸਮੇਂ ਤੁਸੀਂ ਜ਼ਿਆਦਾ ਲਾਓਗੇ ਰਜਿਸਟ੍ਰੇਸ਼ਨ ਕਰਾਉਣ 'ਚ, ਆਪਣਾ ਸਮਾਂ ਗਵਾਓਗੇ, ਉਨਾ ਹੀ ਟਾਈਮ ਤੁਹਾਨੂੰ ਉੱਥੇ ਜ਼ਿਆਦਾ ਲਾਉਣਾ ਪੈਣਾ, ਉਨੇ ਹੀ ਚਾਂਸਸ ਵੱਧ ਹੋ ਜਾਂਦੇ ਆ ਲੋਕਾਂ ਦੇ ਨਾਲ ਮੇਲ ਜੋਲ ਕਰਨ ਲਈ। ਸੋ ਇਹ ਪ੍ਰੋਸੈਸ ਬੜਾ ਹੀ ਸਿੰਪਲ ਹੁੰਦਾ ਹੈਗਾ। ਤੁਸੀਂ ਕੋਵਿਨ ਐਪ ਜਦੋਂ ਗੂਗਲ 'ਚ ਸਰਚ ਕਰਕੇ ਖੋਲੋਗੇ, ਉੱਥੇ ਆਪਣੀ ਸਾਈਟ ਸਿਲੈਕਟ ਕਰਕੇ, ਦਿਨ ਸਿਲੈਕਟ ਕਰਕੇ ਆਪਣੀ ਵੈਕਸੀਨੇਸ਼ਨ ਉਸ ਦਿਨ ਲਈ ਕਰਵਾ ਸਕਦੇ ਹੋ। ਇਸ ਦੇ ਨਾਲ ਤੁਹਾਡਾ ਟਾਈਮ ਵੀ ਬਚੂਗਾ ਤੇ ਤੁਹਾਡੀ ਜਿਹੜੀ ਵੈਕਸੀਨੇਸ਼ਨ ਹੈ ਉਹ ਸ਼ੋਰ ਵੀ ਹੋ ਜਾਊਗੀ, ਤੁਹਾਨੂੰ ਸੈਂਟਰ ਤੇ ਉਸ ਦਿਨ ਤੇ ਵੈਕਸੀਨੇਸ਼ਨ ਲੱਗ ਜਾਊਗੀ। ਜੇ ਤੁਸੀਂ ਬਿਨਾਂ ਰਜਿਸਟ੍ਰੇਸ਼ਨ ਕਰਵਾਏ ਕਿਸੇ ਵੀ ਸੈਂਟਰ ਤੇ ਜਾ ਰਹੇ ਹੋ ਤੇ ਉੱਥੇ ਤੁਹਾਡੀ ਰਜਿਸਟ੍ਰੇਸ਼ਨ ਪਹਿਲਾਂ ਨਹੀਂ ਹੈਗੀ, ਤਾਂ ਹੋ ਸਕਦਾ ਹੈਗਾ ਕਿ ਉੱਥੇ ਉਨੀ ਵੈਕਸੀਨ ਦੀ ਵਾਇਲ ਨਾ ਹੋਣ ਤੇ ਤੁਹਾਨੂੰ ਵਾਪਸ ਮੁੜਨਾ ਪਵੇ।
ਤੁਸੀਂ ਬਾਹਰ ਵੀ ਜਾਓਗੇ, ਲੋਕਾਂ ਦੇ ਵੀ ਸੰਪਰਕ 'ਚ ਆਓਗੇ ਤੇ ਵੈਕਸੀਨ ਵੀ ਨਹੀਂ ਲੱਗੂਗੀ, ਉਹ ਸਾਰਾ ਸਮੇਂ ਜਿਹੜਾ ਹੈ ਬਰਬਾਦ ਵੀ ਹੋਊਗਾ ਤੇ ਤੁਸੀਂ ਆਪਣੇ ਆਪ ਨੂੰ ਐਕਸਪੋਜ਼ ਵੀ ਕਰ ਸਕਦੇ ਹੋ। ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਤੱਕ ਅਗਲਾ ਮੈਸੇਜ ਪ੍ਰਸ਼ਾਸਨ ਵੱਲੋਂ ਨਹੀਂ ਲੱਗਦਾ, ਇੱਕ ਤਾਂ 18 ਤੋਂ 45 ਸਾਲ ਵਾਲੇ ਵਿਅਕਤੀ ਜੋ ਲੇਬਰ ਕਲਾਸ ਨਹੀਂ ਹੈ ਉਹ ਆਪਣੀ ਵੈਕਸੀਨ ਲਗਵਾਉਣ ਲਈ ਨਾ ਜਾਣ। ਦੂਜੀ ਗੱਲ, ਜਿਹੜੇ 45 ਸਾਲ ਤੋਂ ਉੱਤੇ ਵਿਅਕਤੀ ਨੇ ਉਹ ਵੈਕਸੀਨੇਸ਼ਨ ਸੈਂਟਰ ਤੇ ਜਾਣ ਤੋਂ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਕੇ ਜਾਣ। ਉੱਥੇ ਮੌਕੇ ਤੇ ਰਜਿਸਟ੍ਰੇਸ਼ਨ ਨਾ ਕਰਨ। ਬੜਾ ਸਿੰਪਲ ਪ੍ਰੋਸੈਸ ਹੈ। ਤੁਸੀਂ ਇੱਕ ਵਾਰੀ ਜਦੋਂ ਖੋਲੋਗੇ ਕੋਵਿਨ ਐਪ ਤੇ, ਕੋਵਿਨ ਵੈਬਸਾਈਟ ਤੇ ਤੁਹਾਨੂੰ ਜਿਹੜਾ ਹੈ ਉਹ ਪਤਾ ਲੱਗ ਜਾਣਾ ਹੈਗਾ। ਸੋ ਇਹ ਤੁਸੀਂ ਬਿਲਕੁਲ ਆਪਣੀ ਧਿਆਨ ਰੱਖਣਾ ਹੈ। ਇਸ ਤੋਂ ਇਲਾਵਾ ਕੁਝ ਜਿਹੜੀ ਹੈ ਅਫਵਾਹਾਂ ਇਹ ਹੈਗੀਆਂ ਕਿ ਵੈਕਸੀਨ ਜਿਹੜੀ ਹੈ ਠੀਕ ਨਹੀਂ ਆ ਰਹੀ ਹੈ ਜਾਂ ਉਹਦਾ ਕੋਈ ਫਰਕ ਨਹੀਂ ਪੈਂਦਾ। ਉਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਕੋਈ ਵੀ ਵੈਕਸੀਨ ਜਿਹੜੀ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਹੈ, ਜਿਹੜੀ ਸਾਡੇ ਸੈਂਟਰਾਂ 'ਚ ਲੱਗਦੀ ਪਈ ਹੈ, ਉਹ ਸਾਰੀ ਦੀ ਸਾਰੀ ਵੈਕਸੀਨ ਸਾਰੀਆਂ ਹੀ ਕਾਰਗਰ ਨੇ। ਇਹਦੇ ਵਿੱਚ ਤੁਹਾਨੂੰ ਦੋ ਡੋਜ਼ਾਂ ਲੱਗਦੀਆਂ ਹੈਗੀਆਂ। ਪਹਿਲੀ ਡੋਜ਼ ਲੱਗਣ ਤੋਂ ਬਾਅਦ ਕੋਵਿਸ਼ੀਲਡ ਦੀ ਵੈਕਸੀਨ ਜਿਹੜੀ 6 ਤੋਂ 8 ਹਫ਼ਤੇ ਬਾਅਦ ਲਾਣੀ ਹੁੰਦੀ ਹੈਗੀ। ਕੋਵੈਕਸੀਨ ਜਿਹੜੀ ਹੈ ਮਹੀਨੇ ਬਾਅਦ ਲਾਣੀ ਹੁੰਦੀ ਹੈ। ਜਦੋਂ ਤੁਸੀਂ 2 ਡੋਜ਼ਾਂ ਆਪਣੀ ਲਵਾ ਲੈਂਦੇ ਹੋ, ਉਹਦੇ ਨਾਲ ਤੁਹਾਡੀ ਇਮਿਊਨਿਟੀ ਜਿਹੜੀ ਹੈ ਸਰੀਰ ਦੇ ਵਿੱਚ ਕਾਫੀ ਵੱਧ ਜਾਂਦੀ ਹੈ। ਕਾਫੀ ਹੱਦ ਤੱਕ ਚਾਂਸਸ ਹੁੰਦੇ ਨੇ ਕਿ ਤੁਹਾਨੂੰ ਦੁਬਾਰਾ ਕੋਵਿਡ ਨਾ ਹੋਵੇ। ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਕੋਵਿਡ ਨਹੀਂ ਹੋ ਸਕਦਾ। ਕੋਵਿਡ ਜ਼ਰੂਰ 2 ਵੈਕਸੀਨ ਤੋਂ ਬਾਅਦ ਵੀ ਹੋ ਸਕਦਾ ਹੈ, ਪਰ ਉਹਦੇ ਵਿੱਚ ਤੁਹਾਡੇ ਸਰੀਰ ਦੀ ਇਮਿਊਨਿਟੀ ਵਧੀਆ ਹੋਣ ਕਾਰਨ ਉਹਦੇ ਸਿੰਪਟਮਸ ਬਹੁਤ ਘੱਟ ਰਹਿੰਦੇ ਨੇ ਤੇ ਜਿਹੜੀ ਉਹਦੇ ਵਿੱਚ ਮੋਰਟੈਲਿਟੀ ਰੇਟ ਆਪਾਂ ਕਹਿੰਦੇ ਆ, ਮ੍ਰਿਤੂ ਦਰ ਜਿਹਨੂੰ ਆਪਾਂ ਕਹਿੰਦੇ ਹੈਗੇ, ਉਹ ਵੈਕਸੀਨ ਵਾਲੇ ਬੰਦਿਆਂ 'ਚ ਬਹੁਤ ਘੱਟ ਰਹਿ ਜਾਂਦੀ ਹੈ। ਕੋਵਿਡ ਕਰਕੇ ਉਹਦੀ ਮੌਤ ਨਹੀਂ ਹੋਊਗੀ। ਜੇ ਕੋਈ ਹੋਰ ਬਿਮਾਰੀ ਹੈ ਤਾਂ ਸ਼ਾਇਦ ਉਹਦੇ ਕਰਕੇ ਹੋ ਜਾਵੇ, ਪਰ ਵੈਕਸੀਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਇਮਿਊਨਿਟੀ, ਬਹੁਤ ਜ਼ਿਆਦਾ ਪ੍ਰੋਟੈਕਸ਼ਨ ਜਿਹੜੀ ਕੋਵਿਡ-19 ਤੋਂ ਮਿਲ ਜਾਂਦੀ ਹੈ। ਇਸ ਕਰਕੇ ਜਿੰਨੇ ਵੀ ਐਲੀਜੀਬਲ ਲੋਕ ਨੇ ਡਿਊ ਪ੍ਰੋਸੀਜਰ ਫੋਲੋ ਕਰਕੇ ਆਪਣੀ ਕਿਸੇ ਅਫਵਾਹ ਤੇ ਧਿਆਨ ਨਾ ਦੇ ਕੇ ਆਪਣੀ ਵੈਕਸੀਨੇਸ਼ਨ ਦੀ ਡੋਜ਼ ਜ਼ਰੂਰ ਕਰਵਾਉਣ। ਇਹ ਬਿਲਕੁਲ ਹੀ ਕਾਰਗਰ ਵੈਕਸੀਨ ਸਾਡੀ ਜਿਹੜੀ ਲੱਗਦੀ ਪਈ ਹੈ। ਇਹਦੇ ਵਿੱਚ ਬਿਲਕੁਲ ਵੀ ਕੋਈ ਸ਼ੱਕ ਸੁਭਾ ਨਹੀਂ ਹੋਣਾ ਚਾਹੀਦਾ। ਦੋਸਤੋ, ਇਹ ਸਾਰੀ ਮੈਂ ਤੁਹਾਨੂੰ ਜਾਣਕਾਰੀ ਜਿਹੜੀ ਦਿੱਤੀ ਹੈਗੀ। ਮੈਨੂੰ ਪੂਰੀ ਆਸ ਹੈ ਕਿ ਜਿਹੜੇ ਵੀ ਸਰਕਾਰ ਦੇ ਹੁਕਮ ਹਦਾਇਤਾਂ ਜਾਰੀ ਹੁੰਦੀਆਂ ਨੇ, ਪ੍ਰਸ਼ਾਸਨ ਵੱਲੋਂ ਕੋਈ ਹੁਕਮ ਜਾਰੀ ਕੀਤੇ ਜਾਂਦੇ ਨੇ, ਤੁਸੀਂ ਉਹਨਾਂ ਨੂੰ ਜ਼ਰੂਰ ਫੋਲੋ ਕਰੋਗੇ ਤਾਂ ਕਿ ਜੋ ਸਾਡੇ ਭੈਣ ਭਰਾ ਕੋਵਿਡ-19 ਦੀ ਰੋਕਥਾਮ ਦੇ ਵਿੱਚ ਲੱਗੇ ਹੋਏ ਨੇ ਦਿਨ ਰਾਤ, ਭਾਵੇਂ ਉਹ ਸਾਡੇ ਹਸਪਤਾਲ ਦੇ ਕਰਮਚਾਰੀ ਹੋਣ, ਅਫਸਰ ਹੋਣ, ਭਾਵੇਂ ਸਾਡੇ ਪੁਲਿਸ ਦੇ ਕਰਮਚਾਰੀ ਜਿਹੜੇ ਨਾਕਿਆਂ ਤੇ ਤੁਹਾਨੂੰ ਜਿਹੜਾ ਇਹਨੂੰ ਕੋਵਿਡ ਐਪਰੋਪਰੀਏਟ ਬਿਹੇਵੀਅਰ ਨੂੰ ਫੋਲੋ ਕਰਨ ਲਈ ਰੋਕਦੇ ਆ, ਭਾਵੇਂ ਸਾਡੇ ਕੋਈ ਸਿਵਲ ਦੇ ਮੁਲਾਜ਼ਮ ਨੇ ਜਿਹੜੇ ਆਕਸੀਜਨ ਲਿਆਉਣ ਦੇ ਵਿੱਚ, ਆਕਸੀਜਨ ਦੀ ਅਵੇਲੇਬਿਲਿਟੀ ਪੂਰੀ ਕਰਵਾਉਣ 'ਚ, ਵੈਕਸੀਨੇਸ਼ਨ ਦੇ ਵਿੱਚ, ਸੈਂਪਲਿੰਗ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਦਾ ਸਾਥ ਦਿਓਗੇ। ਤੁਸੀਂ ਸਿਰਫ ਤੇ ਸਿਰਫ ਇੰਨੀ ਗੱਲ ਮੰਨਣੀ ਹੈ ਕਿ ਕੋਵਿਡ ਦੇ ਬਚਾਅ ਲਈ ਜੋ ਵੀ ਦੱਸੇ ਜਾਂਦੇ ਨੇ ਉਸ ਨੂੰ ਤੁਸੀਂ ਫੋਲੋ ਕਰੋ। ਮੈਨੂੰ ਉਮੀਦ ਹੈ ਜੇ ਤੁਸੀਂ ਇਹ ਸਾਰੀ ਹਦਾਇਤਾਂ ਫੋਲੋ ਕਰੋਗੇ, ਆਪਾਂ ਸਾਰੇ ਰਲ ਮਿਲ ਕੇ ਜਿਹੜੇ ਕੋਵਿਡ-19 ਦੀ ਜੰਗ ਨੂੰ ਜ਼ਰੂਰ ਜਿੱਤਾਂਗੇ ਤੇ ਮਿਸ਼ਨ ਫਤਿਹ ਪੰਜਾਬ ਸਰਕਾਰ ਨੂੰ ਕਾਮਯਾਬ ਬਣਾਵਾਂਗੇ। ਬਹੁਤ ਬਹੁਤ ਧੰਨਵਾਦ।